Hello, dear students. Good morning. 8th grade ਪੰਜਾਬੀ ਪਾਠ ਪੁਸਤਕ ਸੁਨਹਿਰੀ ਬੋਲੀ ਲੈਸਨ ਨੰਬਰ 9 ਸਾਖੀਆਂ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਿੱਚੋਂ ਇੱਕ ਲੇਖ ਹੈ। ਆਓ ਆਪਾਂ ਇਸ ਲੇਖ ਨੂੰ ਚੰਗੀ ਤਰ੍ਹਾਂ ਰੀਡ ਕਰਦੇ ਹਾਂ ਅਤੇ ਦੇਖਦੇ ਹਾਂ ਬਾਬਾ ਨਾਨਕ ਜੀ ਦੇ ਜੀਵਨ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਤੋਂ ਸਾਨੂੰ ਕੀ ਕੁਝ ਜਾਣਕਾਰੀ ਤੇ ਸਿੱਖਿਆ ਪ੍ਰਾਪਤ ਹੁੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਅਨਾਜ ਤੋਲਣ ਦੀ ਨੌਕਰੀ ਕਰਦੇ ਸਨ। ਗੁਰੂ ਜੀ 13 ਕਹਿ ਕੇ ਗਰੀਬਾਂ ਵਿੱਚ ਕਹਿੰਦੇ ਖੂਬ ਅਨਾਜ ਵੰਡ ਰਹੇ ਸਨ। ਇੱਕ ਦਿਨ ਕਿਸੇ ਨੇ ਨਵਾਬ ਕੋਲ ਸ਼ਿਕਾਇਤ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਵਿੱਚ ਅਨਾਜ ਐਵੇਂ ਹੀ ਲੁਟਾਈ ਜਾ ਰਹੇ ਹਨ, ਭਾਵ ਫਾਲਤੂ ਦੇਈ ਜਾ ਰਹੇ ਹਨ। ਨਵਾਬ ਕੁਝ ਸ਼ੱਕੀ ਸੁਭਾਅ ਦਾ ਸੀ। ਉਸਨੇ ਨਾਨਕ ਦੇ ਭਣੋਈਏ ਜੈ ਰਾਮ ਨੂੰ ਬੁਲਾਇਆ ਅਤੇ ਕਿਹਾ, ਨਾਨਕ ਲੋਕਾਂ ਵਿੱਚ ਐਵੇਂ ਹੀ ਅਨਾਜ ਵਰਤਾਈ ਜਾ ਰਿਹਾ ਹੈ। ਜੈ ਰਾਮ ਨੇ ਪੁੱਛਿਆ ਤਾਂ ਨਾਨਕ ਜੀ ਕਹਿਣ ਲੱਗੇ ਕਿ ਮੈਂ ਤਾਂ ਲੋੜਵੰਦਾਂ ਨੂੰ, ਜਿਨ੍ਹਾਂ ਨੂੰ ਕਿ ਅਨਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਨੂੰ ਅਨਾਜ ਦਿੰਦਾ ਹਾਂ। ਮੈਨੂੰ ਤਾਂ ਹਰੇਕ ਬੰਦੇ ਵਿੱਚ ਕਹਿੰਦਾ ਰੱਬ ਨਜ਼ਰ ਆਉਂਦਾ ਹੈ। ਪਰ ਜਦੋਂ ਹਿਸਾਬ ਕਿਤਾਬ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਹਿਸਾਬ ਕਿਤਾਬ ਕਹਿੰਦੇ ਕੀ ਆ ਪੂਰਾ ਨਿਕਲਿਆ। ਭਾਵ ਬਾਬਾ ਜੀ ਦੀ ਸ਼ਿਕਾਇਤ ਕੀਤੀ ਗਈ, ਉਹ ਜੋ ਵੀ ਕੁਝ ਤੋਲਦੇ ਸੀਗੇ ਮੋਦੀਖਾਨੇ ਵਿੱਚ ਅਨਾਜ ਭੰਡਾਰ ਵਿੱਚ ਕੀ ਆ ਕਹਿੰਦੇ 13 ਕਰਕੇ ਕੀ ਆ ਤੋਲਦੇ ਸਨ, ਪਰੰਤੂ ਸਭ ਕੁਝ ਜਾਂਚ ਪੜਤਾਲ ਕਰਨ ਤੇ ਕਹਿੰਦੇ ਉਹ ਹਿਸਾਬ ਜਿਹੜਾ ਹੈਗਾ ਆ ਕੀ ਹੈ ਪੂਰਾ ਨਿਕਲਿਆ। ਇੱਕ ਦਿਨ ਆਪ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਸਨ। ਨਦੀ ਦਾ ਨਾਮ ਹੈ ਵੇਈ ਨਦੀ। ਆਪ ਨੇ ਅਜਿਹੀ ਚੁੱਭੀ ਲਗਾਈ। ਚੁੱਭੀ ਕੀ ਹੁੰਦਾ ਬੱਚਿਓ? ਭਾਵ ਡੁਬਕੀ ਲਗਾਈ ਕਿ 3 ਦਿਨ ਆਪ ਅਲੋਪ ਰਹੇ, ਮਤਲਬ ਕਿ ਕਿਸੇ ਨੂੰ ਨਹੀਂ ਦਿਖਾਈ ਦੇ ਰਹੇ। 3 ਦਿਨ ਉਹ ਕੀ ਹੈ ਬਿਲਕੁਲ ਅਦ੍ਰਿਸ਼ ਰਹੇ ਸੀ। ਜਦੋਂ ਤੀਜੇ ਦਿਨ ਬਾਹਰ ਨਿਕਲੇ ਤਾਂ ਆਪ ਜੀ ਨੂੰ ਅਕਾਲ ਪੁਰਖ ਵੱਲੋਂ ਲੋਕ ਕਲਿਆਣ ਦਾ ਸੰਦੇਸ਼ ਮਿਲਿਆ ਸੀ। ਅਕਾਲ ਪੁਰਖ ਭਾਵ ਸਾਡਾ ਸੱਚਾ ਪਰਮ ਪਿਤਾ ਪਰਮੇਸ਼ਵਰ, ਉਹਦੇ ਵੱਲੋਂ ਕਹਿੰਦੇ ਲੋਕਾਂ ਦੇ ਕਲਿਆਣ ਲਈ ਕੀ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਦੇਸ਼ ਮਿਲਿਆ ਸੀ। ਆਪ ਜੀ ਨੇ ਸਾਰੀ ਦੁਨਿਆਵੀ ਕੰਮ ਛੱਡ ਦਿੱਤੇ, ਭਾਵ ਦੁਨੀਆਦਾਰੀ ਦੇ ਕੰਮ ਛੱਡ ਕੇ ਲੋਕ ਕਲਿਆਣ ਲਈ ਤੁਰ ਪਏ। ਭਾਵ ਆਪ ਜੀ ਦੇ ਭਣੋਈਏ ਭੈਣ ਨਾਨਕੇ ਤੇ ਆਪ ਜੀ ਨੂੰ ਬਥੇਰਾ ਰੋਕਿਆ, ਪਰ ਕਹਿੰਦੇ ਆਪ ਨਾ ਰੁਕੇ। ਆਪ ਜੀ ਨੇ ਆਖਿਆ ਕਿ ਮੇਰਾ ਤਾਂ ਜਨਮ ਹੀ ਲੋਕ ਕਲਿਆਣ ਲਈ ਹੋਇਆ ਹੈ। ਦੁਨੀਆ ਭਟਕੀ ਫਿਰਦੀ ਹੈ, ਉਹਨਾਂ ਨੂੰ ਕੋਈ ਸੱਚ ਦਾ ਰਾਹ ਦੱਸਣ ਵਾਲਾ ਨਹੀਂ। ਅਕਾਲ ਪੁਰਖ ਵੱਲੋਂ ਇਸ ਵਾਸਤੇ ਮੇਰੀ ਕਹਿੰਦੇ ਸੇਵਾ ਲਗਾਈ ਗਈ। ਆਪ ਜੀ ਨੇ ਜਾਣ ਲੱਗਿਆ ਆਪਣੀ ਭੈਣ ਨਾਨਕੀ ਦੇ ਨਾਲ ਇੱਕ ਵਾਅਦਾ ਕੀਤਾ ਕਿ ਤੂੰ ਜਦ ਵੀ ਯਾਦ ਕਰੇਂਗੀ ਮੈਂ ਉਸ ਟਾਈਮ ਹੀ ਤੇਰੇ ਕੋਲ ਕੀ ਆ ਕਹਿੰਦੇ ਹਾਜ਼ਰ ਹੋ ਜਾਇਆ ਕਰਾਂਗਾ। ਠੀਕ ਹੈ। ਕਹਿੰਦੇ ਪ੍ਰਮਾਤਮਾ ਅਧਿ ਭਗਤੀ ਵਿੱਚ ਕਹਿੰਦੇ ਗੁਰੂ ਨਾਨਕ ਦੇਵ ਜੀ ਲੀਨ ਰਹਿੰਦੇ ਸੀ। ਕਹਿੰਦੇ ਉਹਨਾਂ ਦਾ ਜਨਮ ਹੀ ਕੀ ਹੋਇਆ ਸੀ, ਭੁੱਲੇ ਭਟਕੇ ਲੋਕਾਂ ਨੂੰ ਕੀ ਕਰਨ ਲਈ ਬੱਚਿਓ ਸਿੱਧੇ ਰਾਹ ਪਾਉਣ ਲਈ। ਇਸ ਕਰਕੇ ਉਹਨਾਂ ਨੇ ਕੀ ਕੀਤੀਆਂ ਸੀਗੀਆਂ 4 ਉਦਾਸੀਆਂ ਭਾਵ ਯਾਤਰਾਵਾਂ ਕੀਤੀਆਂ ਸੀ, ਜਿਨ੍ਹਾਂ ਵਿੱਚ ਉਹਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਕੀ ਕੀਤਾ ਸੀ ਸਿੱਧੇ ਰਾਹ ਪਾਇਆ ਸੀ। ਅੱਗੇ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਤੁਰਨ ਲੱਗੇ ਤਾਂ ਆਪ ਜੀ ਦੇ ਨਾਲ ਬਹੁਤ ਸਾਰੀ ਸੰਗਤ ਜਾਣ ਲਈ ਤਿਆਰ ਹੋ ਗਈ, ਭਾਵ ਬਹੁਤ ਸਾਰੇ ਲੋਕ ਜੋ ਆਪ ਨੂੰ ਮੰਨਦੇ ਸਨ ਜਾਣ ਲਈ ਤਿਆਰ ਹੋ ਗਏ, ਪਰੰਤੂ ਆਪ ਜੀ ਨੇ ਸਭ ਨੂੰ ਕੀ ਮਨਾ ਕਰ ਦਿੱਤਾ। ਆਪ ਜੀ ਨੇ ਸਭ ਨੂੰ ਇਹੀ ਸੰਦੇਸ਼ ਦਿੱਤਾ ਕਿ ਅਕਾਲ ਪੁਰਖ ਹੱਥੀਂ ਕਿਰਤ ਕਰਨ ਵਾਲਿਆਂ ਤੋਂ ਕਹਿੰਦੇ ਬਹੁਤ ਖੁਸ਼ ਹੁੰਦੇ ਨੇ, ਭਾਵ ਜੋ ਸੱਚ ਅਤੇ ਹੱਕ ਦੀ ਕਮਾਈ ਕਰਦੇ ਨੇ, 10 ਨੌਹਾਂ ਦੀ ਕਿਰਤ ਕਮਾਈ ਕਰਦੇ ਹਨ, ਪ੍ਰਮਾਤਮਾ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ। ਜਿਹੜੇ ਹੱਥੀਂ ਕਿਰਤ ਕਰਦੇ ਹਨ ਉਹਨਾਂ ਦਾ ਨਾਂ ਹਮੇਸ਼ਾ ਜਪਦੇ ਹਨ। ਠੀਕ ਆ, ਕਹਿੰਦੇ ਜਿਹੜੇ ਹੱਥੀਂ ਕਿਰਤ ਕਰਦੇ ਹਨ ਤੇ ਉਸ ਦਾ ਨਾਂ ਹਮੇਸ਼ਾ ਜਪਦੇ ਹਨ, ਉਹੀ ਸੱਚੇ ਗੁਰੂ ਦੇ ਭਗਤ ਹਨ। ਦੂਸਰਾ, ਨੇਕ ਕਮਾਈ ਵਿੱਚੋਂ ਪਰਮਾਤਮਾ ਦੇ ਨਾਂ ਤੇ ਕੁਝ ਨਾ ਕੁਝ ਜ਼ਰੂਰ ਵੰਡੋ ਅਤੇ ਉਸ ਨੂੰ ਗਰੀਬਾਂ ਵਿੱਚ ਵੰਡਦੇ। ਇਸ ਤਰ੍ਹਾਂ ਗਰੀਬ ਤੁਹਾਨੂੰ ਕੀ ਆ ਕਹਿੰਦੇ ਬਹੁਤ ਸਾਰੀਆਂ ਦੁਆਵਾਂ ਦੇਵੇਗਾ। ਯਾਦ ਰੱਖੋ ਜਿਹੜਾ ਰੱਬ ਦੇ ਭੇਜੇ ਬੰਦਿਆਂ ਨੂੰ ਖੁਸ਼ ਰੱਖਦਾ ਹੈ, ਰੱਬ ਕੀ ਆ ਉਹਦੇ ਤੇ ਮਿਹਰਬਾਨ ਹੁੰਦਾ ਹੈ, ਭਾਵ ਜਿਹੜੀ ਪਰਮਾਤਮਾ ਦੀ ਨਜ਼ਰ ਆ ਉਹਦੇ ਤੇ ਕੀ ਆ ਹਮੇਸ਼ਾ ਹੀ ਰਹਿੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਹੁਣ ਤੱਕ ਪੂਰਨ ਰੂਪ ਵਿੱਚ ਕੀ ਆ ਕਹਿੰਦੇ ਇੱਕ ਸੰਤ ਬਣ ਚੁੱਕੇ ਸਨ। ਜਿਹੜਾ ਵੀ ਉਹਨਾਂ ਦੇ ਵਿਚਾਰਾਂ ਨੂੰ ਸੁਣਦਾ ਸੀ ਉਹ ਕੀ ਆ ਉਹਨਾਂ ਦਾ ਕਾਇਲ ਹੋ ਜਾਂਦਾ ਸੀ, ਭਾਵ ਉਹਨਾਂ ਵੱਲੀ ਖਿੱਚਿਆ ਜਾਂਦਾ ਸੀ। ਉਹਨਾਂ ਦੇ ਸ਼ਬਦਾਂ ਤੋਂ, ਉਹਨਾਂ ਦੀ ਬੋਲਬਾਣੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ। ਆਪ ਪਿੰਡ ਸ਼ਹਿਰ ਗਲੀ ਵਿੱਚ ਉਪਦੇਸ਼ ਲੈ ਲੱਗੇ। ਬਾਲਾ ਜੀ ਅਤੇ ਮਰਦਾਨਾ ਵੀ ਕੀ ਆ ਕਹਿੰਦੇ ਆਪਣੇ ਨਾਲ ਸਨ। ਘੁੰਮਦੇ ਘਮਾਉਂਦੇ ਆਪ ਜੀ ਇੱਕ ਪਿੰਡ ਵਿੱਚ ਪਹੁੰਚੇ। ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗਾ ਕਿ ਉੱਚ ਦਾ ਪੀਰ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਪਿੰਡ ਆਏ ਹਨ ਤਾਂ ਉਹਨਾਂ ਦੀ ਸੇਵਾ ਵਿੱਚ ਕੀ ਹੈ ਕਹਿੰਦੇ ਲੱਗ ਪਏ। ਬਾਬਾ ਜੀ ਨੇ ਲੋਕਾਂ ਨੂੰ ਰੋਜ਼ ਉਪਦੇਸ਼ ਦਿੰਦੇ ਸਨ। ਲੋਕ ਉਹਨਾਂ ਦੇ ਉਪਦੇਸ਼ਾਂ ਨੂੰ ਸੁਣ ਕੇ ਕੀ ਹੈ ਕਹਿੰਦੇ ਧੰਨ ਹੋ ਜਾਂਦੇ ਸਨ। ਕਾਫੀ ਦਿਨ ਉਹ ਉਸ ਪਿੰਡ ਵਿੱਚ ਰਹਿਣ ਤੋਂ ਬਾਅਦ ਬਾਬਾ ਜੀ ਅਗਲੀ ਯਾਤਰਾ ਲਈ ਤੁਰ ਪਏ। ਜਾਣ ਲੱਗੇ ਪਿੰਡ ਵਾਲਿਆਂ ਨੂੰ ਆਖਣ ਲੱਗੇ ਉੱਜੜ ਜਾਓ।
ਬੱਚੇ ਦੇਖੋ ਜਿਹੜੇ ਪਿੰਡ ਵਿੱਚ ਬਾਬਾ ਨਾਨਕ ਦੀ ਇੰਨੀ ਸੇਵਾ ਕੀਤੀ ਗਈ, ਬਾਬਾ ਨਾਨਕ ਨੇ ਉੱਜੜ ਜਾ ਕਿਉਂ ਕਿਹਾ? ਕਿਉਂਕਿ ਉਹ ਲੋਕ ਇੰਨੇ ਚੰਗੇ ਸੀ। ਬਾਬਾ ਨਾਨਕ ਚਾਹੁੰਦੇ ਸਨ ਕਿ ਮੈਂ ਨਹੀਂ ਚਾਹੁੰਦਾ ਇਹ ਚੰਗੇ ਲੋਕ ਇਸ ਪਿੰਡ ਵਿੱਚ ਹੀ ਰਹਿਣ, ਇਹ ਲੋਕ ਹੋਰਾਂ ਪਿੰਡਾਂ ਦੇ ਵਿੱਚ, ਹੋਰਾਂ ਸ਼ਹਿਰਾਂ ਵਿੱਚ ਵੀ ਜਾਣ ਅਤੇ ਆਪਣੇ ਵਚਨਾਂ ਨਾਲ ਕੀ ਆ ਹੋਰਾਂ ਨੂੰ ਪ੍ਰਭਾਵਿਤ ਕਰਨ। ਇਸ ਲਈ ਉਹਨਾਂ ਨੇ ਕਿਹਾ ਸੀ ਕਿ ਇਸ ਪਿੰਡ ਤੋਂ ਬਾਹਰ ਨਿਕਲੋ ਤੇ ਤੁਸੀਂ ਕੀ ਆ ਉੱਜੜ ਜਾਓ। ਪਿੰਡ ਵਾਲੇ ਤੇ ਮਰਦਾਨਾ ਇਹ ਸ਼ਬਦ ਸੁਣ ਕੇ ਹੈਰਾਨ ਹੋਏ ਪਰ ਚੁੱਪ ਰਹੇ। ਉਹਨਾਂ ਨੇ ਸੋਚਿਆ ਕਿ ਮਹਾਪੁਰਖਾਂ ਦੇ ਇਹਨਾਂ ਵਚਨਾਂ ਵਿੱਚ ਜ਼ਰੂਰ ਕੋਈ ਕੀ ਹੈ ਕਹਿੰਦੇ ਸੱਚਾਈ ਹੋਵੇਗੀ। ਤੁਰਦੇ ਤੁਰਦੇ ਬਾਬਾ ਜੀ ਉਸ ਦੇ ਸਾਥੀ ਅਗਲੇ ਪਿੰਡ ਪਹੁੰਚੇ। ਉਸ ਪਿੰਡ ਦੇ ਲੋਕਾਂ ਨੇ ਬਾਬਾ ਜੀ ਦੇ ਉਪਦੇਸ਼ਾਂ ਵੱਲ ਧਿਆਨ ਨਾ ਦਿੱਤਾ। ਉਹ ਸਭ ਕੀ ਆ ਮਤਲਬੀ ਅਤੇ ਸਵਾਰਥੀ ਸਨ, ਠੀਕ ਆ, ਸਿਰਫ ਆਪਣੇ ਬਾਰੇ ਹੀ ਸੋਚਦੇ ਸਨ। ਬਾਬਾ ਜੀ ਨੇ ਉਹਨਾਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਤੇ ਕਹਿੰਦੇ ਕੀ ਆ ਕੋਈ ਅਸਰ ਨਾ ਹੋਇਆ। ਤਾਂ ਬਾਬਾ ਜੀ ਨੇ ਉਹਨਾਂ ਨੂੰ ਬੁਰਾ ਭਲਾ ਨਾ ਕਿਹਾ ਤੇ ਬਾਬਾ ਜੀ ਨੇ ਉਹਨਾਂ ਦਾ ਰਤਾ ਵੀ ਬੁਰਾ ਨਾ ਮਨਾਇਆ, ਠੀਕ ਆ। ਉਹਨਾਂ ਲੋਕਾਂ ਨੇ ਬਾਬਾ ਨਾਨਕ ਨੂੰ ਬਹੁਤ ਬੁਰਾ ਭਲਾ ਕਿਹਾ ਸੀ ਪਰ ਕੀ ਆ ਬਾਬਾ ਨਾਨਕ ਨੇ ਉਹਨਾਂ ਨੂੰ ਬਿਲਕੁਲ ਵੀ ਬੁਰਾ ਭਲਾ ਨਹੀਂ ਕਿਹਾ ਅਤੇ ਉਹ ਹੱਸ ਕੇ ਕੀ ਆ ਉੱਥੋਂ ਤੁਰਦੇ ਸਮੇਂ ਉਹਨਾਂ ਨੇ ਕੀ ਕਿਹਾ ਸੀਗਾ? ਵਸਦੇ ਰਹੋ ਵਸਦੇ ਰਹੋ। ਦੇਖੋ ਹੁਣ ਇਹ ਲੋਕ ਕਿੰਨੇ ਮਾੜੇ ਸੀ, ਬਾਬਾ ਨਾਨਕ ਜੀ ਨੂੰ ਵੀ ਕਿੰਨਾ ਮਾੜਾ ਕਿਹਾ, ਉਹਨਾਂ ਦੇ ਵਚਨਾਂ ਦਾ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ। ਬਾਬਾ ਨਾਨਕ ਜੀ ਨੇ ਤਾਂ ਉਹਨਾਂ ਨੂੰ ਵਸਦੇ ਰਹੋ ਕਿਹਾ ਸੀ ਕਿਉਂਕਿ ਉਹ ਇਹੋ ਜਿਹੇ ਲੋਕ ਇਸ ਪਿੰਡ ਵਿੱਚ ਹੀ ਰਹਿਣ, ਇਸ ਪਿੰਡ ਤੋਂ ਬਾਹਰ ਕਦੇ ਨਾ ਨਿਕਲਣ ਤੇ ਨਾ ਹੀ ਆਪਣੀ ਜੋ ਉਹਨਾਂ ਦੀ ਘਟੀਆ ਸੋਚ, ਮਤਲਬੀ ਪੋਣਾ, ਜੋ ਸਵਾਰਥੀ ਆ ਕਿਸੇ ਹੋਰ ਵਿੱਚੋਂ ਨਾ ਵੱਢਣ। ਇਸ ਲਈ ਉਹਨਾਂ ਨੂੰ ਕਿਹਾ ਸੀ ਕਿ ਵਸਦੇ ਰਹੋ। ਬਾਬਾ ਜੀ ਕੋਲੋਂ ਉਹਨਾਂ ਲੋਕਾਂ ਵਾਸਤੇ ਵਸਦੇ ਰਹੋ ਸ਼ਬਦ ਸੁਣ ਕੇ ਮਰਦਾਨਾ ਬਹੁਤ ਜ਼ਿਆਦਾ ਹੈਰਾਨ ਹੋਇਆ। ਉਸ ਕੋਲੋਂ ਹੁਣ ਸਬਰ ਨਹੀਂ ਸੀ ਹੋ ਰਿਹਾ। ਉਹ ਜਾਣਨਾ ਚਾਹੁੰਦਾ ਸੀ ਕਿ ਬਾਬਾ ਜੀ ਨੇ ਇਹ ਸ਼ਬਦ ਕਿਉਂ ਕਹੇ। ਉਹ ਬਾਬਾ ਜੀ ਤੋਂ ਪੁੱਛਣ ਲੱਗਾ, ਬਾਬਾ ਜੀ ਇਹ ਤੁਹਾਡਾ ਕੀ ਇਨਸਾਫ ਹੋਇਆ? ਜਿਨ੍ਹਾਂ ਲੋਕਾਂ ਨੇ ਸਾਡੀ ਪੂਰੀ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਉੱਜੜ ਜਾਓ। ਜਿਨ੍ਹਾਂ ਲੋਕਾਂ ਨੇ ਸਾਡੀ ਪੂਰੀ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਕਿਹਾ ਉੱਜੜ ਜਾਵੋ, ਪਰੰਤੂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਬੁਰਾ ਭਲਾ ਕਿਹਾ ਉਹਨਾਂ ਨੂੰ ਤੁਸੀਂ ਕਿਹਾ ਵਸਦੇ ਰਹੋ। ਇਹ ਮੇਰੀ ਸਮਝ ਤੋਂ ਬਾਹਰ ਹੈ, ਮੈਨੂੰ ਇਸ ਭੇਦ ਬਾਰੇ ਦੱਸੋ। ਠੀਕ ਹੈ, ਭੇਦ ਭਾਵ ਅੰਦਰਲੀ ਗੱਲ ਬਾਰੇ ਦੱਸੋ। ਮਰਦਾਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲੇ ਪ੍ਰਸ਼ਨ ਕਰਦਾ ਕਿ ਤੁਸੀਂ ਮੈਨੂੰ ਦੱਸੋ ਕਿ ਜਿਨ੍ਹਾਂ ਨੇ ਅਸੀਂ ਚੰਗਾ ਕੰਮ ਕੀਤਾ, ਸਾਡੀ ਇੰਨੀ ਸੇਵਾ ਕੀਤੀ, ਠੀਕ ਆ, ਤੁਸੀਂ ਉਹਨਾਂ ਨੂੰ ਕਿਹਾ ਵਸਦੇ ਰਹੋ। ਜੀ ਜਿਹੜੇ ਲੋਕਾਂ ਨੇ ਸਾਨੂੰ ਗਾਲਾਂ ਕੱਢੀਆਂ, ਸਾਨੂੰ ਬੁਰਾ ਭਲਾ ਕਿਹਾ, ਤੁਸੀਂ ਉਹਨਾਂ ਨੂੰ ਕਿਹਾ ਵਸਦੇ ਰਹੋ। ਅੱਗੇ ਸੁਣੋ ਬੱਚਿਓ। ਮਰਦਾਨੇ ਦੀ ਇਸ ਗੱਲ ਸੁਣ ਕੇ ਬਾਬਾ ਨਾਨਕ ਜੀ ਹੱਸ ਪਏ ਤੇ ਬੋਲੇ, ਮਰਦਾਨਿਆਂ, ਜਿਨ੍ਹਾਂ ਲੋਕਾਂ ਨੇ ਸਾਡੀ ਸੇਵਾ ਕੀਤੀ ਉਹਨਾਂ ਨੂੰ ਮੈਂ ਇਸ ਕਰਕੇ ਉੱਜੜ ਜਾਓ ਕਿਹਾ ਕਿ ਉਹ ਜਿੱਥੇ ਵੀ ਜਾਣਗੇ ਚੰਗਿਆਈ ਖਿਲਾਰਨਗੇ, ਭਾਵ ਆਪਣੇ ਗੁਣਾਂ ਨਾਲ ਕੀ ਆ ਦੂਸਰਿਆਂ ਨੂੰ ਪ੍ਰਭਾਵਿਤ ਕਰਨਗੇ। ਜਿਨ੍ਹਾਂ ਲੋਕਾਂ ਨੇ ਸਾਨੂੰ ਬੁਰਾ ਭਲਾ ਕਿਹਾ ਉਹਨਾਂ ਨੂੰ ਮੈਂ ਇਸ ਕਰਕੇ ਵਸਦੇ ਰਹੋ ਕਿਹਾ ਕਿ ਉਹ ਕਿਸੇ ਹੋਰ ਜਗ੍ਹਾ ਤੇ ਆਪਣੀ ਬੁਰਾਈ ਨਾ ਖਿਲਾਰ ਸਕਣ, ਇਸੇ ਤਰ੍ਹਾਂ ਉਹ ਇਸ ਜਗ੍ਹਾ ਤੇ ਹੀ ਵਸਦੇ ਨੇ। ਬਾਬਾ ਜੀ ਕੋਲੋਂ ਅਜਿਹੇ ਵਚਨ ਸੁਣ ਕੇ ਮਰਦਾਨਾ ਉਹਨਾਂ ਦੇ ਕੀ ਆ ਚਰਨੀ ਪੈ ਗਿਆ ਤੇ ਕਹਿਣ ਲੱਗਾ, ਬਾਬਾ ਜੀ ਤੁਸੀਂ ਧੰਨ ਹੋ, ਮੈਂ ਤੁਹਾਡੇ ਤੋਂ ਕੀ ਆ ਕੁਰਬਾਨ ਚਾਹੁੰਦਾ ਹਾਂ। ਇਸ ਤਰ੍ਹਾਂ ਬਾਬਾ ਜੀ ਧਾਰਮਿਕ ਖਿਆਲਾਂ ਦੇ ਹੋਣ ਨਾਲ ਇੱਕ ਵੱਡੇ ਦਾਰਸ਼ਨਿਕ, ਮਨੋਵਿਗਿਆਨੀ, ਸਮਾਜਵਾਦੀ ਅਤੇ ਕ੍ਰਾਂਤੀਕਾਰੀ ਵੀ ਸਨ। ਉਹ ਸੱਚੀ ਗੱਲ ਮੂੰਹ ਤੇ ਕਹਿਣ ਦੀ ਕੀ ਹੈ ਕਹਿੰਦੇ ਹਿੰਮਤ ਵੀ ਰੱਖਦੇ ਸਨ। ਉਸ ਸਮੇਂ ਬਾਬਰ ਦਾ ਰਾਜ ਸੀ। ਬਾਬਰ ਕਹਿੰਦੇ ਬੜਾ ਹੀ ਜ਼ਾਲਮ ਸੀ, ਭਾਵ ਲੋਕਾਂ ਤੇ ਬਹੁਤ ਕੀ ਆ ਅਤਿਆਚਾਰ ਕਰਦਾ ਸੀ। ਉਸਨੇ ਆਪਣੇ ਰਾਜ ਨੂੰ ਵਿਕਸਿਤ ਕਰਨ ਲਈ ਹਿੰਦੂਆਂ ਤੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ, ਭਾਵ ਹਿੰਦੂਆਂ ਤੇ ਇੰਨੇ ਜ਼ਿਆਦਾ ਜ਼ੁਲਮ ਕੀਤੇ ਕਿ ਉਸਦੇ ਜ਼ੁਲਮਾਂ ਤੋਂ ਕੀ ਸੀ ਬਹੁਤ ਪਰੇਸ਼ਾਨ ਸੀ। ਉਸ ਦੇ ਜ਼ੁਲਮ ਆਪ ਵੀ ਬਰਦਾਸ਼ਤ ਨਾ ਕਰ ਸਕੇ ਤੇ ਉਹਨਾਂ ਦੇ ਮੂੰਹ ਤੇ ਜਾ ਕੇ ਕਹਿਣ ਲੱਗੇ, ਉਸ ਨੂੰ ਅਹਿਸਾਸ ਦਿਵਾਉਣ ਲੱਗੇ ਕਿ ਉਹ ਜੋ ਕੁਝ ਵੀ ਕਰ ਰਿਹਾ ਹੈ ਉਹ ਕੀ ਹੈ ਗਲਤ ਕਰ ਰਿਹਾ, ਉਸ ਨੂੰ ਕੋਈ ਹੱਕ ਨਹੀਂ ਕਿ ਰੱਬ ਦੇ ਬੰਦਿਆਂ ਤੇ ਇੱਦਾਂ ਜ਼ੁਲਮ ਕਰੇ। ਬਾਬਾ ਜੀ ਕੋਲੋਂ ਖਰੀਆਂ ਸੁਣ ਕੇ ਬਾਬਰ ਗੁੱਸੇ ਵਿੱਚ ਆ ਗਿਆ। ਉਸਨੇ ਬਾਬਾ ਜੀ ਨੂੰ ਜੇਲ੍ਹ ਵਿੱਚ ਡੱਕਣ ਦਾ ਹੁਕਮ ਦਿੱਤਾ, ਭਾਵ ਜੇਲ੍ਹ ਵਿੱਚ ਕੀ ਆ ਬੰਦ ਕਰਨ ਦਾ ਹੁਕਮ ਦਿੱਤਾ। ਪਰੰਤੂ ਬਾਅਦ ਵਿੱਚ ਜਦੋਂ ਉਹਨਾਂ ਨੂੰ ਬਾਬਾ ਜੀ ਦੀਆਂ ਕਈਆਂ ਗੱਲਾਂ ਦਾ ਅਹਿਸਾਸ ਹੋਇਆ ਤਾਂ ਉਹ ਆਪ ਵੀ ਬਾਬਾ ਜੀ ਦੇ ਚਰਨਾਂ ਵਿੱਚ ਢਹਿ ਪਿਆ ਤੇ ਕੀ ਆ ਮਾਫੀ ਮੰਗਣ ਲੱਗਿਆ। ਢਹਿ ਪਿਆ ਬੱਚਿਓ ਮਤਲਬ ਕਿ ਬਾਬਾ ਨਾਨਕ ਜੀ ਦੇ ਚਰਨਾਂ ਵਿੱਚ ਗਿਰ ਗਿਆ। ਵਲੀ ਕੰਧਾਰੀ ਹਸਨ ਅਬਦਾਲ ਦੀਆਂ ਪਹਾੜੀਆਂ ਦੇ ਕੁਟੀਆਂ ਵਿੱਚ ਬਣਾ ਕੇ ਇੱਕ ਸਾਧੂ ਰਹਿੰਦਾ ਸੀ। ਬਾਬਾ ਜੀ ਤੇ ਮਰਦਾਨਾ ਤੁਰਦੇ ਉੱਥੇ ਜਾ ਪੁੱਜੇ। ਇੱਕ ਦਿਨ ਗਰਮੀ ਬਹੁਤ ਸੀ, ਮਰਦਾਨੇ ਨੂੰ ਕੀ ਆ ਬਹੁਤ ਤ੍ਰੇਹ ਲੱਗੀ, ਤ੍ਰੇਹ ਭਾਵ ਬਹੁਤ ਪਿਆਸ ਲੱਗੀ। ਬਾਬਾ ਜੀ ਨੇ ਮਰਦਾਨੇ ਨੂੰ ਕਿਹਾ ਕਿ ਇੱਥੇ ਉੱਪਰ ਪਹਾੜੀ ਤੇ ਵਲੀ ਕੰਧਾਰੀ ਰਹਿੰਦਾ ਹੈ, ਉਸ ਕੋਲ ਜਾਵੇ ਅਤੇ ਪਾਣੀ ਪੀ ਆਵੇ। ਅਸਲ ਵਿੱਚ ਇੱਕ ਵਲੀ ਕੰਧਾਰੀ ਬਾਬਾ ਨਾਨਕ ਜੀ ਨਾਲ ਕੀ ਆ ਖਾਰ ਖਾਂਦਾ ਸੀ
ਭਾਵ ਕੀ ਆ, ਉਹ ਬਾਬਾ ਨਾਨਕ ਜੀ ਦੇ ਨਾਲ ਬਹੁਤ ਜ਼ਿਆਦਾ ਈਰਖਾ ਕਰਦਾ ਸੀ। ਮਰਦਾਨਾ ਉਸ ਕੋਲ ਗਿਆ ਤੇ ਪਾਣੀ ਦੀ ਮੰਗ ਕੀਤੀ। ਪਹਿਲਾਂ ਤਾਂ ਉਸਨੇ ਕਿਹਾ ਪੀ ਲਵੋ, ਪਰੰਤੂ ਜਦੋਂ ਉਸਨੂੰ ਪਤਾ ਲੱਗਾ ਕਿ ਇਹ ਬਾਬਾ ਨਾਨਕ ਜੀ ਦਾ ਸਾਥੀ ਮਰਦਾਨਾ ਹੈ ਤਾਂ ਉਸਨੂੰ ਪਾਣੀ ਪਿਲਾਉਣ ਤੋਂ ਕੀ ਆ ਉਸਨੇ ਮਨਾ ਕਰ ਦਿੱਤਾ। ਮਰਦਾਨਾ ਬਗੈਰ ਪੀਤੇ ਹੀ ਬੁਰੇ ਹਾਲ ਵਿੱਚ ਉਹਨਾਂ ਦੇ ਕੋਲ ਆ ਗਿਆ। ਬਲੀ ਕੰਧਾਰ ਗਥਾ ਸੁਣਦੀ ਅਤੇ ਬਾਬਾ ਜੀ ਮਰਦਾਨੇ ਨੂੰ ਕਿਹਾ ਕਿ ਇੱਕ ਵਾਰ ਫਿਰ ਦਰਵੇਸ਼ ਕੋਲ ਜਾ ਕੇ ਪਾਣੀ ਪੀ ਆਵੇ। ਪਹਿਲਾਂ ਢਹਿੰਦਾ ਢਹਿੰਦਾ ਮਰਦਾਨਾ ਬਹੁਤ ਮੁਸ਼ਕਲ ਨਾਲ ਪਹਾੜੀ ਤੇ ਪਹੁੰਚਿਆ ਤੇ ਬਦੀ ਗੰਧਾਰ ਨੂੰ ਫਿਰ ਉਸਨੇ ਕੀ ਅਰਦਾਸ ਕੀਤੀ, ਬੇਨਤੀ ਕੀਤੀ। ਆਖਣ ਲੱਗਾ, ਉਂਝ ਤਾਂ ਤੇਰਾ ਨਾਨਕ ਆਪ ਨੂੰ ਉੱਚ ਦਾ ਪੀਰ ਦੱਸਦਾ ਹੈ, ਤੈਨੂੰ ਪਾਣੀ ਨਹੀਂ ਪਿਲਾ ਸਕਦਾ, ਜਾਂ ਉਸ ਨੂੰ ਕਹਿ ਕਿ ਉਹ ਮਾੜੀ ਮੋਟੀ ਵੀ ਜੇ ਉਸ ਵਿੱਚ ਸ਼ਕਤੀ ਹੈ ਤਾਂ ਤੈਨੂੰ ਪਾਣੀ ਪਿਲਾਵੇ। ਮਰਦਾਨੇ ਨੇ ਉਹ ਸਾਰੇ ਸ਼ਬਦ ਬਾਬਾ ਨਾਨਕ ਜੀ ਨੂੰ ਆ ਕੇ ਸੁਣਾਏ। ਬਾਬਾ ਜੀ ਨੇ ਉਸ ਗੱਲ ਤੇ ਉਸ ਦੀ ਗੱਲ ਤੇ ਹੱਸ ਪਏ। ਉਸਨੇ ਮਰਦਾਨੇ ਨੂੰ ਸਾਹਮਣੇ ਪਿਆ ਕਹਿੰਦੇ ਇੱਕ ਪੱਥਰ ਸੀ ਧਰਤੀ ਤੇ ਜੋ ਪਿਆ, ਸੁੱਕੀ ਧਰਤੀ ਤੇ, ਉਸ ਨੂੰ ਚੁੱਕਣ ਲਈ ਕਿਹਾ। ਜਦੋਂ ਮਰਦਾਨੇ ਨੇ ਪੱਥਰ ਚੁੱਕਿਆ ਤਾਂ ਉਸ ਵਿੱਚੋਂ ਪਾਣੀ ਦਾ ਇੱਕ ਚਸ਼ਮਾ ਦਾ ਖੁੱਲ ਗਿਆ। ਇੱਕ ਚਸ਼ਮਾ ਫੁੱਟ ਗਿਆ ਜਿਸ ਵਿੱਚੋਂ ਪਾਣੀ ਜ਼ੋਰਦਾਰ ਨਿਕਲਣ ਲੱਗਿਆ। ਮਰਦਾਨੇ ਨੇ ਰੱਜ ਕੇ ਪਾਣੀ ਪੀਤਾ। ਥੋੜੀ ਦੇਰ ਬਾਅਦ ਬਲੀ ਕੰਧਾਰ ਨੂੰ ਪਾਣੀ ਦੀ ਲੋੜ ਪਈ। ਜਦੋਂ ਪਾਣੀ ਲੈਣ ਉਹ ਚਸ਼ਮੇ ਤੇ ਆਇਆ ਤਾਂ ਉੱਥੇ ਕਹਿੰਦੇ ਇੱਕ ਵੀ ਬੂੰਦ ਪਾਣੀ ਦੀ ਨਾ ਰਹੀ, ਭਾਵ ਉਹ ਸਾਰਾ ਪਾਣੀ ਸੁੱਕ ਗਿਆ। ਉਸੇ ਪਹਾੜੀ ਥੱਲੇ ਝਾਤੀ ਮਾਰੀ ਤਾਂ ਪਾਣੀ ਦੇ ਚਸ਼ਮੇ ਫੁੱਟ ਰਹੇ ਸਨ। ਬਾਬਾ ਨਾਨਕ ਤੇ ਮਰਦਾਨੇ ਬੈਠੇ ਪ੍ਰਭੂ ਭਗਤੀ ਵਿੱਚ ਲੀਨ ਸਨ। ਬਲੀ ਕੰਧਾਰ ਉੱਥੇ ਇੱਕ ਵੱਡਾ ਸਾਰਾ ਪੱਥਰ ਉਹਨਾਂ ਦੇ ਉੱਪਰ ਫਿਰ ਸੁੱਟਣ ਲੱਗਾ। ਠੀਕ ਹੈ, ਕਿਉਂਕਿ ਬਾਬਾ ਨਾਨਕ ਜੀ ਨਾਲ ਬਹੁਤ ਜ਼ਿਆਦਾ ਖਾਰ ਖਾਂਦਾ ਸੀ। ਇਸ ਤੋਂ ਅੱਗੇ ਹੈ, ਜਦੋਂ ਮਰਦਾਨੇ ਨੇ ਉਸ ਵੱਡੇ ਪੱਥਰ ਨੂੰ ਆਪਣੇ ਵੱਲ ਆਉਂਦੇ ਵੇਖਿਆ ਤਾਂ ਉਸਨੇ ਬਹੁਤ ਜ਼ਿਆਦਾ ਰੌਲਾ ਪਾਇਆ। ਬਾਬਾ ਨਾਨਕ ਤੇ ਮਰਦਾਨਾ ਬੈਠੇ ਪ੍ਰਭੂ ਭਗਤੀ ਵਿੱਚ ਲੀਨ ਸਨ। ਬਲੀ ਕੰਧਾਰੀ ਨੇ ਉੱਥੋਂ ਇੱਕ ਵੱਡਾ ਸਾਰਾ ਪੱਥਰ ਕਹਿੰਦੇ ਉਹਨਾਂ ਬੰਨੀ ਸੁੱਟਣਾ ਚਾਹਿਆ। ਜਦੋਂ ਮਰਦਾਨੇ ਨੇ ਉਸ ਵੱਡੇ ਪੱਥਰ ਨੂੰ ਆਪਣੇ ਵੱਲ ਆਉਂਦੇ ਵੇਖਿਆ ਤਾਂ ਕਹਿੰਦੇ ਉਹ ਬਹੁਤ ਰੌਲਾ ਪਾਉਣ ਲੱਗ ਗਿਆ, ਭਾਵ ਉਹ ਡਰ ਗਿਆ ਸੀ। ਬਾਬਾ ਜੀ ਨੇ ਉਸ ਨੂੰ ਸ਼ਾਂਤ ਰਹਿਣ ਲਈ ਕਿਹਾ। ਜਦੋਂ ਉਹ ਪੱਥਰ ਨੇੜੇ ਆਇਆ ਤਾਂ ਬਾਬਾ ਜੀ ਨੇ ਆਪਣੇ ਹੱਥ ਤੇ ਪੰਜੇ ਨਾਲ ਉਸ ਨੂੰ ਉੱਥੇ ਹੀ ਕਹਿੰਦੇ ਰੋਕ ਦਿੱਤਾ। ਹੁਣ ਤੱਕ ਉਸ ਨੂੰ ਬਾਬਾ ਜੀ ਦੀ ਮਹਾਨਤਾ ਦਾ ਕਹਿੰਦੇ ਪਤਾ ਲੱਗ ਚੁੱਕਾ ਸੀ। ਮਹਾਨਤਾ ਭਾਵ ਉਹਨਾਂ ਦੀ ਵਡਿਆਈ ਦਾ। ਉਹ ਦੌੜਿਆ ਆਇਆ ਤੇ ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਢਹਿ ਪਿਆ। ਬਾਬਾ ਜੀ ਨੇ ਉਸ ਨੂੰ ਗਲ ਨਾਲ ਲਾਇਆ ਤੇ ਸਿਰਫ ਇੰਨਾ ਹੀ ਕਿਹਾ, ਕਦੇ ਵੀ ਰੱਬ ਦੇ ਬਣਾਏ ਬੰਦਿਆਂ ਨੂੰ ਤੰਗ ਨਾ ਕਰੋ, ਬਲਕਿ ਉਹਨਾਂ ਨਾਲ ਕਹਿੰਦੇ ਪਿਆਰ ਕਰੋ। ਇਸ ਤਰ੍ਹਾਂ ਬਾਬਾ ਜੀ ਨੇ ਬਲੀ ਕੰਧਾਰ ਵਰਗਿਆਂ ਦਾ ਕਹਿੰਦੇ ਮਾਣ ਤੋੜਿਆ ਸੀ। ਅੱਗੇ ਬਾਬਾ ਜੀ ਦੇ ਉਪਦੇਸ਼ਾਂ ਨੂੰ ਦਰਸਾਉਣ ਦੀ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਹਨ, ਜਿਵੇਂ ਸੱਜਣ ਠੱਗ, ਕੌਡੇ ਰਾਖਸ਼ ਅਤੇ ਮਲਿਕ ਭਾਗੋ ਵਾਲੀ ਸਾਖੀ। ਗੁਰੂ ਜੀ ਨੇ ਸਭ ਨੂੰ ਆਪਣੇ ਉਪਦੇਸ਼ਾਂ ਨਾਲ ਕਹਿੰਦੇ ਤਾਰ ਦਿੱਤਾ। ਆਪ ਜੀ ਨੇ ਬਹੁਤ ਸਾਰੀ ਬਾਣੀ ਵੀ ਰਚੀ ਹੈ। ਆਪ ਜੀ ਦੀ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬੱਚਿਓ, ਇਹ ਸੀਗਾ ਤੁਹਾਡਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ, ਲੈਸਨ ਨੰਬਰ 9। ਤੁਹਾਨੂੰ ਪਤਾ, ਇਸ ਕਹਾਣੀ ਨੂੰ ਤੁਸੀਂ ਸੁਣਿਆ, ਇਹ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਵੀ ਹੋਵੇਗਾ। ਠੀਕ ਹੈ, ਕਹਿੰਦੀ ਉਹ ਕਰਾਹੇ ਪਾਹੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਸਨ ਤੇ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ। ਹੁਣ ਬੱਚੇ, ਜੋ ਇਹਦਾ ਬੁੱਕ ਵਰਕ ਤੇ ਇਹਦੇ ਕੁਐਸਚਨ ਆਨਸਰ ਹੈਗੇ, ਮੈਂ ਤੁਹਾਨੂੰ ਨੈਕਸਟ ਅਸਾਈਨਮੈਂਟ ਦੇ ਵਿੱਚ ਦਊਂਗੀ। ਥੈਂਕਸ, ਹੈਵ ਅ ਨਾਈਸ ਡੇ।